ਨਵਾਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 12 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਸਿੰਘ ਬੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬਹੁਤ ਸਾਰੇ ਵਰਕਰਸ ਉਹ ਫਾਇਰ ਹੋ ਰਹੇ ਆ, ਉਹਨਾਂ ਨੂੰ ਜੌਬ ਤੋਂ ਛੁੱਟੀ ਦਿੱਤੀ ਜਾ ਰਹੀ ਆ, ਜੋ ਚਾਰਲੀ ਕਰਕ ਦੇ ਅਗੇਂਸਟ ਪੋਸਟ ਪਾ ਰਹੇ ਹੈਗੇ ਆ। ਇਹ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਆ ਉਹ ਆਈਆਂ। ਜੋ ਕੰਜ਼ਰਵੇਟਿਵ ਐਕਟਿਵਿਸਟ ਚਾਰਲੀ ਕਰਕ, ਜਿਸ ਦੀ ਕੁਝ ਦਿਨ ਪਹਿਲਾਂ ਜਿਹੜੀ ਆ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਸ ਤੋਂ ਬਾਅਦ ਉਹਦੇ ਹੱਕ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਪ੍ਰੇਅਰਸ ਹੋ ਰਹੀਆਂ ਹੈਗੀਆਂ। ਕਈ ਅਗੇਂਸਟ ਵੀ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਜੋ ਆ ਜ਼ਹਿਰ ਉਗਲ ਰਹੇ ਹੈਗੇ ਆ। ਠੀਕ ਆ, ਆਪਾਂ ਫਰੀडम ਆਫ ਸਪੀਚ ਆ ਇਸ ਮੁਲਕ ਦੇ ਵਿੱਚ, ਤੇ ਇਹਦਾ ਮਤਲਬ ਇਹ ਨਹੀਂ ਵੀ ਜੇ ਤੁਸੀਂ ਕਿਸੇ ਨਾਲ ਐਗਰੀ ਨਹੀਂ ਕਰਦੇ ਤਾਂ ਉਹਨੂੰ ਗੋਲੀ ਦੇ ਨਾਲ ਮਾਰ ਦਿੱਤਾ ਜਾਵੇ। ਚਾਰਲੀ ਕਰਕ ਦੀ ਮੌਤ ਤੋਂ ਬਾਅਦ ਅਸਿਸਟੈਂਟ ਡੀਨ ਟੈਨਸੀ ਕਾਲਜ ਦੇ ਇੱਕ ਸਟਾਫਰ ਨੇ ਜੋ ਇਹਦੇ ਉਲਟ ਜਿਹੜੀ ਪੋਸਟ ਪਾਈ ਸੀ, ਜਿਸ ਨੂੰ ਫਾਇਰ ਕਰ ਦਿੱਤਾ ਗਿਆ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਆ ਵੱਖ-ਵੱਖ ਯੂਨੀਵਰਸਿਟੀ 'ਚ, ਵੱਖ-ਵੱਖ ਕੰਪਨੀਆਂ ਦੇ ਵਿੱਚ ਜੋ ਵਿਊ ਆਪਣਾ ਪੁਆਇੰਟ ਰੱਖ ਰਹੇ ਆ, ਉਹਨਾਂ ਨੂੰ ਜਿਹੜਾ ਆ ਕੰਮ ਤੋਂ ਕੱਢਿਆ ਜਾ ਰਿਹਾ ਹੈਗਾ। US ਦੀ ਸਟੇਟ ਡਿਪਾਰਟਮੈਂਟ ਨੇ ਵੀ ਸਰਕੂਲਰ ਜਾਰੀ ਕੀਤਾ ਸੀ ਵੀ ਜੇ ਕਿਸੇ ਨੇ ਇਦਾਂ ਦੀ ਪੋਸਟ ਪਾਈ ਤੇ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਵੀ ਜਿਹੜਾ ਆ ਉਹਨੂੰ ਖਤਰਾ ਹੋ ਸਕਦਾ ਹੈਗਾ, ਸੋ ਇਸ ਤੋਂ ਬਚਿਆ ਜਾਵੇ। ਬਿਲਕੁਲ ਜਿਹੜਾ ਅਮਰੀਕਾ ਦੇ ਵਿੱਚ ਜੇ ਰਹਿੰਦੇ ਆ, ਅਮਰੀਕਾ ਦਾ ਜਿਹੜਾ ਲਾਅ ਆ, ਰੂਲ ਆ, ਉਸ ਨੂੰ ਫੋਲੋ ਕਰਨਾ ਚਾਹੀਦਾ ਹੈਗਾ ਜੀ। ਅਗਲੀ ਜਿਹੜੀ ਇਸ ਵੇਲੇ ਦੀ ਬਹੁਤ ਵੱਡੀ ਖਬਰ ਵਰਲਡ ਨਿਊਜ਼ ਆ ਰਹੀ ਹੈ, ਵਿਸ਼ਵ ਦੀ ਸਭ ਤੋਂ ਵੱਡੀ ਖਬਰ ਕਹੀ ਜਾ ਸਕਦੀ ਹੈ, ਜਿਹੜੇ ਆਪਾਂ ਸਵੇਰੇ ਵੀ ਇੱਕ ਖਬਰ ਸਾਂਝੀ ਕੀਤੀ ਸੀ। ਕਾਂਗੋ ਦੇ ਵਿੱਚ ਇਸ ਟਾਈਮ ਖਬਰ ਆ ਰਹੀ ਹੈ ਵੀ 2 ਕਿਸ਼ਤੀਆਂ ਪਲਟੀਆਂ ਨੇ ਕਾਂਗੋ ਦੇ ਵਿੱਚ ਤੇ 193 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਹਲੇ ਜਿਹੜੇ ਲੋਕ ਨੇ ਉਹ ਲਾਪਤਾ ਨੇ, ਉਹਨਾਂ ਦੀ ਭਾਲ ਜਾਰੀ ਆ। ਦੱਸਿਆ ਜਾ ਰਿਹਾ ਕਿ ਜਿਹੜਾ ਹਾਦਸਾ ਉਹ 150 ਕਿਲੋਮੀਟਰ ਇਕੁਆਟਰ ਜਿਹੜੀ ਪ੍ਰੋਵਿੰਸ ਆ ਉਹਦੇ ਵਿੱਚ ਵਾਪਰਿਆ, ਦੂਰ ਜਾ ਕੇ। ਤੇ ਇਹ ਜਿਹੜੀ ਇੱਕ ਬੋਟ ਆ ਉਹਦੇ ਤੇ 500 ਪੈਸੰਜਰ ਜਿਹੜੇ ਸਵਾਰ ਸੀਗੇ, ਜਿਹੜੀ ਡੁੱਬੀ ਹੈ ਤੇ ਇਹਨੂੰ ਅੱਗ ਲੱਗੀ ਹੈ। ਤੇ ਉਸ ਤੋਂ ਬਾਅਦ ਦੱਸਿਆ ਕਿ ਇੱਕ ਹੋਰ ਜਿਹੜੀ ਹੈ ਕਾਂਗੋ ਰਿਵਰ ਦੇ ਵਿੱਚ ਹੀ ਲਿਕੁਇਲਾ ਜਿਹੜੀ ਟੈਰੀਟਰੀ ਆ, ਉੱਥੇ ਜਿਹੜੀ ਕਿਸ਼ਤੀ ਆ ਉਹ ਪਲਟ ਗਈ ਸੀ ਤੇ ਇੱਥੇ ਵੀ ਜਿਹੜੇ 209 ਸਰਵਾਈਵਰ ਆ ਉਹਨਾਂ ਨੂੰ ਬਚਾ ਲਿਆ ਗਿਆ ਸੀਗਾ। ਕਹਿੰਦੇ ਵੀ ਜਿਹੜੀ ਬਸਾਨਕੁਸੂ ਇਲਾਕਿਆਂ ਦੇ ਵਿੱਚ ਜਿਹੜੀ ਕਿਸ਼ਤੀ ਪਲਟੀ ਸੀ, ਇੱਥੇ 86 ਬੰਦਿਆਂ ਦੀ ਮੌਤ ਹੋਈ ਸੀ, ਜਿਹੜੀ ਕਿ ਆਪਾਂ ਸਵੇਰੇ ਵੀ ਖਬਰ ਉਹ ਸਾਂਝੀ ਕੀਤੀ ਸੀਗੀ। ਪਰ ਹੁਣ 2 ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ, ਜਿਹਦੇ ਵਿੱਚ ਤਕਰੀਬਨ 200 ਬੰਦਾ ਜਿਹੜਾ ਮਾਰਿਆ ਗਿਆ ਤੇ ਵੱਡੀ ਗਿਣਤੀ ਲੋਕ ਜਿਹੜੇ ਲਾਪਤਾ ਹੋ ਗਏ ਨੇ ਤੇ ਉਹਨਾਂ ਦੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੀ। ਅਗਲੀ ਖਬਰ ਆਈਸ ਦੇ ਨਾਲ ਰਿਲੇਟਡ ਹੈ। ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਆਈਸ ਵਾਲਿਆਂ ਨੇ US ਦੇ ਸਿਟੀਜ਼ਨ ਨੂੰ ਤੇ ਗ੍ਰੀਨ ਕਾਰਡ ਹੋਲਡਰ ਨੂੰ ਗਨ ਪੁਆਇੰਟ ਦੇ ਉੱਤੇ ਹੋਲਡ ਕੀਤਾ ਹੈਗਾ। ਇਹ ਲਾਸ ਐਂਜਲਸ ਦੇ ਵਿੱਚ ਪਾਰਕਿੰਗ ਲੋਟ ਦੇ ਵਿੱਚ ਵਾਪਰਿਆ ਸੀਗਾ। ਇਹ ਫੁਟੇਜ ਜਿਹੜੀ ਆ CBS ਨਿਊਜ਼ ਲਾਸ ਐਂਜਲਸ ਨੇ ਉਹ ਸਾਂਝੀ ਕੀਤੀ ਆ। ਕਹਿੰਦੇ ਵੀ ਵੈਨਸ ਏਰੀਏ ਦੇ ਵਿੱਚ ਇੱਕ ਸਟ੍ਰਿਪ ਮਾਲ ਦੇ ਵਿੱਚ 2 ਬੰਦਿਆਂ ਨੂੰ ਤੇ ਇੱਕ ਬੀਬੀ ਨੂੰ ਜਿਹੜਾ ਡਿਟੇਨ ਕੀਤਾ ਗਿਆ ਸੀ ਬਾਈ ਮਾਸਕ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਫੀਸਰਸ। ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫੀਸਰਸ ਆ, ਉਹਨਾਂ ਨੇ ਮਾਸਕ ਪਾਏ ਹੋਏ ਸੀਗੇ ਤੇ ਐਟ ਇਹ ਗਨ ਪੁਆਇੰਟ ਉਹਨਾਂ ਨੂੰ ਜਿਹੜਾ ਆ ਹੋਲਡ ਕੀਤਾ ਗਿਆ ਸੀਗਾ। ਉਹ ਹੁਣ ਵੀਡੀਓ ਜਿਹੜੀ ਸਰਕੂਲਰ ਹੋ ਰਹੀ ਆ, ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਹਾਲਾਂਕਿ US ਦੀ ਸੁਪਰੀਮ ਕੋਰਟ ਨੇ ਇਸ਼ੂ ਕਰ ਦਿੱਤਾ ਸੀ ਵੀ ਜਿਹੜਾ ਬੈਨ ਲਾਇਆ ਗਿਆ ਆ ਪੈਟਰੋਲ ਬਾਈ ਫੈਡਰਲ ਏਜੰਟਸ,
ਇੱਕ ਜੱਜ ਨੇ ਲੋਅਰ ਕੋਰਟ ਨੇ ਲਾਇਆ ਸੀ ਉਹ ਨਹੀਂ ਸਹੀ ਹੈਗਾ। ਸੋ ਜਿਹੜੇ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਆਫੀਸਰਸ ਜਿਹੜੇ ਆ ਆਈਸ ਵਾਲੇ ਆ ਉਹ ਸ਼ਰੇਆਮ ਜਿਹੜੇ ਜਾ ਸਕਦੇ ਹੈਗੇ ਆ। ਜੀ ਸੋ ਇਦਾਂ ਦੀਆਂ ਜਿਹੜੀਆਂ ਵੀਡੀਓਜ਼ ਕਈ ਜਗ੍ਹਾ ਧੱਕਾ ਜਿਹੜਾ ਆ ਉਹ ਬਿਲਕੁਲ ਸਾਹਮਣੇ ਵੱਖ-ਵੱਖ ਏਰੀਏ ਤੋਂ ਆ ਰਿਹਾ ਹੈ। ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਆ ਉਹ ਆ ਰਹੀਆਂ। ਅੱਜ ਦੁਪਹਿਰ ਵਾਲੇ ਸ਼ੋਅ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਵੀ ਕੁਛ ਕੁ ਜਿਹੜੇ ਆਪਣੇ ਪੰਜਾਬੀ ਇੱਕ ਬੀਬੀ ਜਿਹੜੀ 72 ਸਾਲਾਂ ਦੀ ਆ ਉਹਦੇ ਨਾਲ ਕਿਸ ਤਰ੍ਹਾਂ ਜਿਹੜਾ ਉਹਨੂੰ ਫੜਿਆ ਗਿਆ ਹੈਗਾ। ਹਾਂਜੀ ਬਿਲਕੁਲ ਸੋ ਇਹ ਜਿਹੜੀਆਂ ਸਾਰੀਆਂ ਵੱਖ-ਵੱਖ ਸਟੋਰੀਆਂ ਆ ਇਹ ਤੇਜ਼ੀ ਦੇ ਨਾਲ ਜਿਹੜੀਆਂ ਆ ਇੰਟਰਨੈਟ ਦੇ ਉੱਤੇ ਮੀਡੀਆ ਦੇ ਉੱਤੇ ਫੈਲ ਰਹੀਆਂ ਹੈਗੀਆਂ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਉਹ ਵੀ ਆਈਸ ਦੇ ਨਾਲ ਹੀ ਜੁੜੀ ਹੋਈ ਹੈ। ਸ਼ਿਕਾਗੋ ਦੇ ਵਿੱਚ ਆਈਸ ਜਦੋਂ ਇੱਕ ਬੰਦੇ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਆਈਸ ਦੇ ਜਿਹੜੇ ਆਫੀਸਰ ਆ ਉਹਨਾਂ ਨੂੰ ਗੋਲੀ ਚਲਾਉਣੀ ਪਈ ਕਿਉਂਕਿ ਉਹ ਬੰਦਾ ਬਹੁਤ ਹਿੰਸਕ ਹੋ ਗਿਆ ਸੀਗਾ। ਉਹਨੇ ਕਾਰ ਆਪਣੀ ਜਿਹੜੀ ਆ ਉਹ ਮਾਰਨ ਦੀ ਕੋਸ਼ਿਸ਼ ਕੀਤੀ। ਫੈਡਰਲ ਜਿਹੜੇ ਇਨਫੋਰਸਮੈਂਟ ਦੇ ਅਧਿਕਾਰੀ ਸੀਗੇ ਉਹਨਾਂ ਦੇ ਵਿੱਚ ਜਿਹੜੀ ਕਿ ਸਪੋਕਸ ਪਰਸਨ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ। ਤਾਂ ਇਹ ਘਟਨਾ ਜਿਹੜੀ ਆ ਫਰਾਈਡੇ ਨੂੰ ਵਾਪਰੀ ਸੀਗੀ ਪਿਛਲੇ ਦਿਨੀ ਤੇ ਹੁਣ ਇਹਦੀ ਜਿਹੜੀ ਵੀਡੀਓ ਕਾਫੀ ਵਾਇਰਲ ਹੋ ਚੁੱਕੀ ਆ। NBC ਸ਼ਿਕਾਗੋ ਦੀ ਇੱਕ ਰਿਪੋਰਟ ਦੇ ਮੁਤਾਬਕ ਫਰੈਂਕਲਿਨ ਪਾਰਕ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਬਾਅਦ ਦੇ ਵਿੱਚ ਜਿਹੜਾ ਇਹ ਬੰਦਾ ਜਿਹੜਾ ਡਰਾਈਵਰ ਆ ਉਹਦੇ ਉੱਤੇ ਪੁਲਿਸ ਵਾਲਿਆਂ ਨੂੰ ਗੋਲੀ ਚਲਾਉਣੀ ਪਈ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹ ਸਾਡੇ ਲਈ ਹੁਣ ਜਾਨ ਨੂੰ ਖਤਰਾ ਹੋ ਸਕਦਾ। ਤੇ ਇਹਨਾਂ ਜ਼ਖਮੀ ਹਾਲਤ ਦੇ ਵਿੱਚ ਕਹਿੰਦੇ ਵੀ ਆਈਸ ਏਜੰਟ ਨੂੰ ਤੇ ਡਰਾਈਵਰ ਨੂੰ ਦੋਨਾਂ ਨੂੰ ਜਿਹੜਾ ਹਸਪਤਾਲ ਪਹੁੰਚਾਇਆ ਗਿਆ। ਡਰਾਈਵਰ ਜਿਹੜਾ ਉਹਨੂੰ ਥਾਂ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਜਿਹੜੀ ਆਫੀਸਰ ਆ ਉਹ ਕਈ ਗੰਭੀਰ ਜ਼ਖਮਾਂ ਦੇ ਨਾਲ ਜਿਹੜਾ ਇਸ ਟਾਈਮ ਸਟੇਬਲ ਕੰਡੀਸ਼ਨ ਦੇ ਵਿੱਚ ਆ। ਹੋਮਲੈਂਡ ਸਿਕਿਉਰਿਟੀ ਅਸਿਸਟੈਂਟ ਸੈਕਟਰੀ ਜਿਹੜੇ ਟ੍ਰੀਸੀਆ ਨੇ ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਵੀ ਅਸੀਂ ਜਿਹੜੀ ਰਿਕਵਰੀ ਕਰਦੇ ਆ ਪ੍ਰੇ ਕਰਦੇ ਆ ਵੀ ਜਿਹੜਾ ਸਪੀਡੀ ਰਿਕਵਰੀ ਹੈ ਸਾਡੇ ਲਾ ਐਨਫੋਰਸਮੈਂਟ ਆਫੀਸਰ ਦੀ ਉਹਦੇ ਲਈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜਾ ਉਹਨੇ ਆਇਡੈਂਟੀਫਾਈ ਕੀਤਾ ਡਰਾਈਵਰ ਨੂੰ ਜਿਹੜਾ ਕਿ ਮਾਰਿਆ ਗਿਆ ਸਿਲਵੀਰੀਓ ਵੈਗਲਸ ਗੋਂਜਾਲੇਸ। ਸੋ DHS ਨੇ ਆਪਣੇ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਵੀ ਉਹ ਜਿਹੜਾ ਜਦੋਂ ਇੱਕ ਇਨਫੋਰਸਮੈਂਟ ਆਪਰੇਸ਼ਨ ਕੀਤਾ ਜਾ ਰਿਹਾ ਸੀ ਤੇ ਉਹਨੇ ਟਾਰਗੇਟ ਤੇ ਲੈ ਕੇ ਇਨਫੋਰਸਮੈਂਟ ਆਪਰੇਸ਼ਨ ਨੂੰ ਤੇ ਇਸ ਦਰਮਿਆਨ ਉਹਨੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ। ਸੋ ਹਿਸਟਰੀ ਆਫ ਰੈਕਲੈਸ ਡਰਾਈਵਿੰਗ ਦੀ ਉਹਦੀ ਸੀਗੀ। DHS ਨੇ ਉਹਨੂੰ ਦੋਸ਼ੀ ਕਰਾਰ ਦਿੱਤਾ। ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਕਈ ਵਾਰੀ ਲੋਕ ਜਿਹੜੇ ਨੇ ਉਹ ਥੋੜਾ ਜਿਹਾ ਉਕਸਾਹਟ ਦੇ ਵਿੱਚ ਆ ਜਾਂਦੇ ਨੇ। ਉਹ ਚੀਜ਼ਾਂ ਕਰ ਜਾਂਦੇ ਨੇ ਜਿਹੜੀਆਂ ਸ਼ਾਇਦ ਉਹਨਾਂ ਦਾ ਕਰਨ ਦਾ ਕਈ ਵਾਰੀ ਮਨ ਵੀ ਨਹੀਂ ਹੁੰਦਾ ਪਰ ਉਹਦਾ ਜਿਹੜਾ ਅੰਜਾਮ ਆ ਉਹਦਾ ਜਿਹੜਾ ਨਤੀਜਾ ਆਪਣੇ ਸਾਹਮਣੇ ਆ ਵੀ ਉਹ ਕਈ ਵਾਰੀ ਇੰਨਾ ਖਤਰਨਾਕ ਨਿਕਲਦਾ ਵੀ ਤੁਸੀਂ ਉਹਦੇ ਬਾਰੇ ਅੰਦਾਜ਼ਾ ਵੀ ਨਹੀਂ ਲਾ ਸਕਦੇ। ਜਦੋਂ ਇਹ ਬੰਦਾ ਹਿੰਸਕ ਹੋ ਗਿਆ ਇਹਦੇ ਉੱਤੇ ਗੋਲੀ ਚੱਲੀ ਤਾਂ ਨਾਲ ਦੀ ਨਾਲ ਜਦੋਂ ਹਸਪਤਾਲ ਜਾਂਦਾ ਇਹਦੀ ਜਿਹੜੀ ਮੌਤ ਹੋ ਗਈ। ਆਈਸ ਜਿਹੜਾ ਏਜੰਟ ਆ ਉਹ ਸਰਵਾਈਵ ਕਰ ਗਿਆ ਤੇ ਉਹਦੀ ਹੁਣ ਹਸਪਤਾਲ ਦੇ ਵਿੱਚ ਜਿਹੜੀ ਕੰਡੀਸ਼ਨ ਆ ਉਹ ਸਟੇਬਲ ਆ। ਜੀ ਕੈਲੀਫੋਰਨੀਆ ਨੇ ਹੰਟਿੰਗਟਨ ਬੀਚ ਦੇ ਅਗੇਂਸਟ ਉਹ ਆਪਣੀ ਜਿੱਤ ਪ੍ਰਾਪਤ ਕਰ ਲਈ ਆ ਜਿਹਦੇ ਵਿੱਚ ਉਹਨਾਂ ਨੇ ਰੂਲ ਨਿੰਬੀ ਦੇ ਅਗੇਂਸਟ ਕੀਤਾ ਸੀ। ਸਿਟੀਜ਼ ਨਿੰਬੀ ਵਾਇਓਲੇਸ਼ਨ ਆਫ ਸਟੇਟ ਲਾਜ਼ ਨਾਟ ਇਨ ਮਾਈ ਬੈਕਯਾਰਡ ਕਿਉਂਕਿ ਕੈਲੀਫੋਰਨੀਆ ਸਟੇਟ ਕੋਸ਼ਿਸ਼ ਕਰ ਰਹੀ ਆ ਵੀ ਵੱਧ ਤੋਂ ਵੱਧ ਜਿਹੜੇ ਘਰ ਆ ADU ਯੂਨਿਟਸ ਆ ਉਹ ਬਣਾਏ ਜਾਣ ਪਰ ਕਈ ਸ਼ਹਿਰ ਜਿਹੜੇ ਆ ਉਹ ਫੋਲੋ ਨਹੀਂ ਕਰ ਰਹੇ ਹੈਗੇ ਜਾਂ ਉਹਨਾਂ ਨੂੰ ਰੋਕ ਰਹੇ ਹੈਗੇ ਆ। ਸੋ 120 ਦਿਨਾਂ ਦੀ ਜਿਹੜੀ ਕੈਲੀਫੋਰਨੀਆ ਕੋਰਟ ਆਫ ਅਪੀਲਸ ਨੇ ਡੈਡਲਾਈਨ ਦਿੱਤੀ ਹੈਗੀ ਆ ਹੰਟਿੰਗਟਨ ਬੀਚ ਨੂੰ ਵੀ ਜਿਹੜੀਆਂ ਤੁਸੀਂ ਰਿਸਟ੍ਰਿਕਸ਼ਨਸ ਲਾਈਆਂ ਹੈਗੀਆਂ ਆ ਓਵਰ ਪਰਮਿਟਿੰਗ ਐਂਡ ਡਿਵੈਲਪਮੈਂਟ ਤੇ ਉਹਨਾਂ ਦੇ ਉੱਤੇ ਜਿਹੜੀ ਆ ਰੋਕ ਲਾਈ ਜਾਵੇ। ਸੋ ਹੰਟਿੰਗਟਨ ਬੀਚ ਦੇ ਆਫੀਸ਼ੀਅਲਸ ਨੇ ਟੈਕਸ ਪੇਅਰ ਦਾ ਮਨੀ ਬਹੁਤ ਜ਼ਿਆਦਾ ਜਿਹੜਾ ਸਪੈਂਡ ਕੀਤਾ ਇਹ ਲਾ ਫਾਈਟ ਕਰਨ ਨੂੰ। ਸੋ ਕੈਲੀਫੋਰਨੀਆ ਸਟੇਟ ਈਵਨ ਟਰੰਪ ਐਡਮਿਨਿਸਟ੍ਰੇਸ਼ਨ ਵੀ ਹੁਣ ਪੂਰੇ ਜ਼ੋਰ ਸ਼ੋਰ ਨਾਲ ਲੱਗਾ ਆ ਵੀ ਵੱਧ ਤੋਂ ਵੱਧ ਜਿਹੜੇ ਯੂਨਿਟਸ ਆ ਘਰ ਹੈਗੇ ਆ ਜਾਂ ADU ਯੂਨਿਟਸ ਆ ਜਾਂ ਜਿੱਥੇ ਟ੍ਰਾਂਜ਼ਿਟ ਸਿਸਟਮ ਹੈਗਾ ਟ੍ਰੇਨ ਆ ਬੱਸ ਆ ਸਟਾਪ ਆ ਉਹਨਾਂ ਦੇ ਲਾਗੇ ਹੋਰ ਵੀ ਜਿਹੜੀਆਂ ਯੂਨਿਟਸ ਆ ਅਪਾਰਟਮੈਂਟਸ ਆ ਘਰ ਆ ਉਹ ਬਣਾਏ ਜਾਣ ਤਾਂ ਕਿ ਜੋ ਘਰਾਂ ਦੀ ਸ਼ਾਰਟੇਜ ਆ ਉਸ ਨੂੰ ਜਿਹੜਾ ਖਤਮ ਕੀਤਾ ਜਾ ਸਕੇ। ਜੀ ਅਗਲੀ ਜਿਹੜੀ ਖਬਰ ਆ ਉਹ ਪੈਸਾਡੀਨਾ ਕੈਲੀਫੋਰਨੀਆ ਤੋਂ ਆ ਰਹੀ ਹੈ। ਇੱਕ ਸਕੂਲ ਦੇ ਵਿੱਚ ਕਹਿੰਦੇ ਗੋਲੀਆਂ ਚੱਲਣ ਦੀ ਜਦੋਂ ਆਵਾਜ਼ ਸੁਣੀ ਗਈ ਤਾਂ ਅਧਿਕਾਰੀਆਂ ਤੇ ਮਾਪਿਆਂ ਨੂੰ ਜਿਹੜੀ ਆ ਹੱਥਾਂ ਪੈਰਾਂ ਦੀ ਪੈ ਗਈ। ਇਹ ਜਿਹੜਾ ਸਕੂਲ ਦੱਸਿਆ ਜਾਂਦਾ ਬਲੇਅਰ ਹਾਈ ਸਕੂਲ ਹੈ ਪੈਸਾਡੀਨਾ ਦੇ ਵਿੱਚ ਤੇ ਇੱਥੇ 7 ਜਿਹੜੇ ਫਾਇਰ ਨੇ ਉਹ ਸੁਣੇ ਗਏ ਪੁਲਿਸ ਦੀ ਇੱਕ ਸਟੇਟਮੈਂਟ ਦੇ ਮੁਤਾਬਕ। ਤੇ ਉਹ ਕਹਿੰਦੇ ਵੀ ਜਦੋਂ ਇਹ ਸੁਣੇ ਗਏ ਕੈਂਪਸ ਦੇ ਵਿੱਚ ਤਾਂ ਜਿਹੜਾ ਕਿ ਮਰੈਂਗੋ ਐਵੀਨਿਊ ਦੇ ਵਿੱਚ ਪੈਂਦਾ ਹੈ ਤਾਂ ਉਸ ਤੋਂ ਬਾਅਦ ਪੈਸਾਡੀਨਾ ਪੁਲਿਸ ਡਿਪਾਰਟਮੈਂਟ ਜਿਹੜਾ ਉਹ ਐਕਟਿਵ ਹੋ ਗਿਆ ਸੀਗਾ। ਨਾਲ ਦੀ ਨਾਲ ਕੈਂਪਸ ਜਿਹੜਾ ਉਹਨੂੰ ਲੋਕਡਾਊਨ ਕੀਤਾ ਗਿਆ ਪਰ ਪੁਲਿਸ ਕਹਿੰਦੀ ਵੀ ਕੋਈ ਵੀ ਐਵੀਡੈਂਸ ਜਿਹੜਾ ਉਹ ਸ਼ੂਟਿੰਗ ਦਾ ਇਸ ਤੋਂ ਬਾਅਦ ਨਹੀਂ ਸੀ ਜਿਹੜਾ ਉਹ ਮਿਲਿਆ। ਡਾਕਟਰ ਐਮੀ ਮੈਕਗਿਨਸ ਨੇ ਜਿਹੜੇ ਕਿ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਨੇ ਇੱਕ ਮੈਸੇਜ ਜਿਹੜਾ ਉਹ ਛੱਡਿਆ ਕਿ ਅਸੀਂ ਜਿਹੜੇ ਆ ਸਕੂਲ ਜਿਹੜਾ ਉਹ ਹਾਈ ਸਕੂਲ ਜਿਹੜਾ ਉਹ ਲੋਕਡਾਊਨ ਆ ਤੇ ਜਿਹੜਾ ਵੀ ਇੱਥੇ ਕੋਈ ਘਟਨਾ ਵਾਪਰੀ ਆ ਉਸ ਦੇ ਮੱਦੇਨਜ਼ਰ ਤੇ ਪੈਸਾਡੀਨਾ ਜਿਹੜੀ ਪੁਲਿਸ ਆ ਉਹ ਇਸ ਵੇਲੇ ਸਾਈਡ ਤੇ ਉਹਦੇ ਉੱਤੇ
ਤੇ ਲਗਾਤਾਰ ਉਹ ਕੈਂਪਸ ਦੇ ਵਿੱਚ ਸਰਚ ਕਰ ਰਹੀ ਹੈ। ਜਦੋਂ ਇਸ ਘਟਨਾ ਦੇ ਬਾਰੇ ਹੋਰ ਪੁਲਿਸ ਨੇ ਡਿਟੇਲ ਦੇ ਵਿੱਚ, ਕਿਉਂਕਿ ਗੋਲੀ ਚੱਲਣੀ ਤੇ ਉਹ ਵੀ ਸਕੂਲ ਦੇ ਵਿੱਚ ਕੋਈ ਛੋਟੀ ਗੱਲ ਨਹੀਂ ਹੈ, ਪੁਲਿਸ ਨੇ ਦੱਸਿਆ ਵੀ ਜਿਹੜਾ ਸਟੂਡੈਂਟ ਤੇ ਸਟਾਫ ਸੀਗੇ ਉਹ ਸੇਫ ਸੀਗੇ ਤੇ ਪੁਲਿਸ ਨੂੰ ਹੌਲੀ-ਹੌਲੀ ਜਿਹੜਾ ਕੈਂਪਸ ਆ ਉਹ ਕਲੀਅਰ ਕਹਿਣਾ ਪਿਆ। ਇੰਟਰਨੈਸ਼ਨਲ ਜਿਹੜੀ ਰਿਪੋਰਟ ਆ ਫਾਲਸ ਐਮਰਜੈਂਸੀ ਦੀ, ਉਹ ਵੀ ਕਹਿੰਦੇ ਵੀ ਬਾਅਦ ਦੇ ਵਿੱਚ ਹਟਾ ਲਈ ਗਈ। ਬਾਅਦ ਦੇ ਵਿੱਚ ਪੁਲਿਸ ਨੇ ਇਸ ਗੱਲ ਦੀ ਜਦੋਂ ਜਾਂਚ ਕੀਤੀ ਤਾਂ ਉਹ ਕਹਿੰਦੇ ਵੀ ਇਹ ਜਿਹੜੀ ਘਟਨਾ ਸੀ ਉਹ ਇੱਕ ਨੇੜਲੇ ਇਲਾਕਿਆਂ ਦੇ ਰੈਜ਼ੀਡੈਂਸ਼ੀਅਲ ਇਲਾਕਿਆਂ ਦੇ ਵਿੱਚ ਵਾਪਰੀ ਸੀਗੀ ਤੇ ਜਿਹੜੀ ਬਿਲਕੁਲ ਇਉਂ ਸੁਣਨ ਦੇ ਵਿੱਚ ਲੱਗੀ ਕਿ ਸ਼ਾਇਦ ਸਕੂਲ ਦੇ ਵਿੱਚ ਇਹ ਜਿਹੜੀ ਘਟਨਾ ਉਹ ਵਾਪਰੀ ਹੈ। ਇਹ ਜਿਹੜੀ 7 ਗੋਲੀਆਂ ਚੱਲੀਆਂ ਨੇ, ਇਹਦੇ ਵਿੱਚ ਕੋਈ ਬੰਦਾ ਨਾ ਇੰਜਰਡ ਹੋਇਆ ਨਾ ਕੁਛ। ਪੁਲਿਸ ਦਾ ਮੰਨਣਾ ਇਹ ਹੈ ਕਿ ਕੋਈ ਬੰਦਾ ਜਿਹੜਾ ਉਹ ਆਪਣੇ ਘਰੇ ਇਸ ਤਰ੍ਹਾਂ ਦੀ ਪ੍ਰੈਕਟਿਸ ਜਿਹੜੀ ਕਰ ਰਿਹਾ ਸੀਗਾ, ਜਿਹੜੀ ਕਿ ਦੂਰੋਂ ਲੱਗਦੀ ਸੀਗੀ ਕਿ ਸ਼ਾਇਦ ਸਕੂਲ ਦੇ ਵਿੱਚ ਗੋਲੀਆਂ ਚੱਲੀਆਂ ਨੇ। ਆਪਾਂ ਨੂੰ ਪਤਾ ਹੀ ਆ ਵੀ ਅਮਰੀਕਾ ਦੇ ਵਿੱਚ ਜਦੋਂ ਪਬਲਿਕ ਥਾਂ ਦੇ ਉੱਤੇ ਗੋਲੀ ਚੱਲਦੀ ਹੈ, ਚਾਹੇ ਉਹ ਗਲਤੀ ਦੇ ਨਾਲ ਚੱਲਦੀ ਹੈ, ਚਾਹੇ ਉਹ ਸੱਚੀ ਮੁੱਚੀ ਕੋਈ ਘਟਨਾ ਵਾਪਰਦੀ ਆ, ਤਾਂ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ, ਕਿਉਂਕਿ ਮਾਸ ਸ਼ੂਟਿੰਗਸ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਇਹਨਾਂ ਦੀ ਗਿਣਤੀ ਦੇ ਵਿੱਚ, ਇਹਨਾਂ ਦੀ ਤਾਦਾਦ ਦੇ ਵਿੱਚ। ਤੇ ਪਿਛਲੇ ਦਿਨੀ ਇੱਕ ਅਮਰੀਕਾ ਦੇ ਇੱਕ ਸਕੂਲ ਦੇ ਵਿੱਚ ਆਪਾਂ ਨੂੰ ਪਤਾ ਵੀ ਕਿੱਡੀ ਮਾੜੀ ਘਟਨਾ ਵਾਪਰੀ ਸੀ। ਇੱਕ ਜਿਹੜੀ ਗੋਲੀਆਂ ਦੀ ਚੱਲਣ ਦੀ ਘਟਨਾ ਨੇ, ਵਾਰਦਾਤ, ਸ਼ੂਟਿੰਗ ਦੀ ਵਾਰਦਾਤ ਦੇ ਵਿੱਚ 2 ਬੱਚੇ ਜਿਹੜੇ ਉਹ ਮਾਰੇ ਗਏ ਸਨ। ਇਸ ਤੋਂ ਇਲਾਵਾ ਹੋਰ ਵੀ ਬਥੇਰੀਆਂ ਜਿਹੜੀਆਂ ਸ਼ੂਟਿੰਗ ਦੀਆਂ ਵਾਰਦਾਤਾਂ ਨੇ ਸਕੂਲਾਂ ਦੇ ਵਿੱਚ ਵਾਪਰ ਚੁੱਕੀਆਂ ਨੇ। ਜੀ। ਅਗਲੀ ਖਬਰ ਫਰਿਜ਼ਨੋ ਤੋਂ ਆ ਰਹੀ ਹੈ। ਫਰਿਜ਼ਨੋ ਤੋਂ ਅਸੀਂ ਖਬਰ ਸਾਂਝੀ ਕੀਤੀ ਸੀ ਪਿਛਲੇ ਦਿਨਾਂ 'ਚ। ਇੱਕ ਰੈਸਟੋਰੈਂਟ ਚੇਨ ਦਾ ਮਾਲਕ ਸਾਲਾਜ਼ਾਰ, ਜੋ 63 ਸਾਲਾਂ ਦਾ ਆ, ਉਸ ਨੂੰ ਅਰੈਸਟ ਕੀਤਾ ਗਿਆ ਸੀ ਕਿਉਂਕਿ ਉਸਨੇ ਆਪਣੇ ਕੁਛ ਰੈਸਟੋਰੈਂਟਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਸੀ, ਬਲਕਿ ਲਾਈ ਨਹੀਂ। ਉਹ ਤੋਂ ਬਾਅਦ $1 ਮਿਲੀਅਨ ਤੱਕ ਦਾ ਇੰਸ਼ੋਰੈਂਸ ਦਾ ਕਲੇਮ ਵੀ ਲੈ ਲਿਆ ਸੀ। ਸੋ ਉਸ ਤੋਂ ਬਾਅਦ ਜਿਹੜਾ ਸਾਲਾਜ਼ਾਰ ਆ, ਇਸ ਨੂੰ ਅਰੈਸਟ ਕਰ ਲਿਆ ਸੀ। ਉਹਦੇ ਉੱਤੇ ਉਹਨੂੰ ਅਕਿਊਜ਼ ਕੀਤਾ ਗਿਆ ਸੀ ਆਰਸਨ ਐਂਡ ਗਨ ਕ੍ਰਾਈਮਸ ਦੇ ਲਈ, ਤੇ ਉਹਨੂੰ ਜਿਹੜਾ ਪਬਲਿਕ ਡਿਫੈਂਡਰ ਵੀ ਦਿੱਤਾ ਗਿਆ ਸੀ। ਸੋ ਪਹਿਲੀ ਹੀਅਰਿੰਗ ਜਿਹੜੀ ਆ ਉਹਦੀ ਅਗਸਤ 27 ਨੂੰ ਸੀ। ਜੋ ਐਰਿਕਾ ਪੀ ਗ੍ਰੋਸਜੀਨ ਜੱਜ ਹੈਗੇ ਆ, ਤੇ ਹੁਣ ਸਤੰਬਰ 29 ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਹੈਗਾ ਆ ਵੀ ਸਾਰਾ ਜੋ ਵੀ ਆ ਇਨਫੋਰਮੇਸ਼ਨ ਉਹ ਇਕੱਠੀ ਕੀਤੀ ਜਾਵੇ, ਤੇ ਉਹ ਆਪਣਾ ਅਟਾਰਨੀ ਜਿਹੜਾ ਆ ਹਾਇਰ ਕਰ ਸਕਦਾ ਹੈਗਾ। ਜੀ। ਅਗਲੀ ਜਿਹੜੀ ਖਬਰ ਆ ਉਹ ਸਟਾਕਟਨ ਤੋਂ ਆ ਰਹੀ ਹੈ। ਸਟਾਕਟਨ ਦਾ ਰਹਿਣ ਵਾਲਾ ਇੱਕ ਪਰਿਵਾਰ ਜਿਹੜਾ ਉਹ ਉਸ ਮਾਮਲੇ ਦੇ ਵਿੱਚ ਨਿਆਂ ਦੀ ਮੰਗ ਕਰ ਰਿਹਾ, ਜਿਸ ਮਾਮਲੇ ਦੇ ਵਿੱਚ ਉਹਨਾਂ ਦੇ ਜਿਹੜੇ ਬੱਚੇ ਨੂੰ ਆਫੀਸਰ ਨੇ ਜਿਹੜਾ ਉਹ ਮਾਰ ਦਿੱਤਾ, ਗੋਲੀ ਮਾਰ ਕੇ। ਇਹਦਾ ਜਿਹੜਾ ਨਾਮ ਦੱਸਿਆ ਗਿਆ ਰੋਕੋ ਰੋਬਿਨਸਨ ਦੱਸਿਆ ਗਿਆ, 19 ਸਾਲ ਇਹਦੀ ਜਿਹੜੀ ਉਮਰ ਦੱਸੀ ਗਈ ਆ। ਇੱਕ ਐਨਕਾਊਂਟਰ ਹੋਇਆ ਸੀਗਾ ਡੂਰੇ ਕੋਰਟ ਤੇ ਪਿਕਸੀ ਡਰਾਈਵ ਦੇ ਇਲਾਕਿਆਂ ਦੇ ਵਿੱਚ। ਸਟਾਕਟਨ ਪੁਲਿਸ ਨੇ ਕਨਫਰਮ ਕੀਤਾ ਵੀ ਵੈਡਨਸਡੇ ਨੂੰ ਜਿਹੜੇ ਰੋਬਿਨਸਨ ਆ, ਉਹ ਜਿਹੜਾ ਇੱਕ ਬੰਦਾ ਸੀਗਾ ਤੇ ਉਹਦੇ ਸਮੇਤ ਇੱਕ ਹੋਰ ਬੰਦੇ ਉੱਤੇ ਪੁਲਿਸ ਨੂੰ ਗੋਲੀ ਚਲਾਉਣੀ ਪਈ ਸੀ, ਜਿਹਦੇ ਵਿੱਚ 19 ਸਾਲਾ ਜਿਹੜਾ ਰੋਕੋ ਰੋਬਿਨਸਨ ਆ, ਇਹਦੀ ਮੌਤ ਹੋ ਜਾਂਦੀ ਆ। ਰੋਬਿਨਸਨ ਜਿੱਥੇ ਥਾਂ ਦੇ ਉੱਤੇ ਕਹਿੰਦੇ ਮਾਰਿਆ ਗਿਆ ਸੀ, ਉੱਥੇ ਜਿਹੜੀ ਉਹਦੀ ਜਿਹੜੀ ਪਰਿਵਾਰ ਆ ਉਹ ਇਕੱਠਾ ਹੋਇਆ ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਉਹਨੂੰ ਯਾਦ ਕਰਦਿਆਂ ਨਿਆਂ ਦੀ ਵੀ ਮੰਗ ਕੀਤੀ, ਇਨਸਾਫ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਮੈਮੋਰੀਅਲ ਕ੍ਰੀਏਟ ਕਰਾਂਗੇ, ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਾਡੇ ਲਈ ਜਿਹੜੀ ਮੰਦਭਾਗੀ ਘਟਨਾ ਸੀ ਉਹ ਪੁਲਿਸ ਦੀ ਅਣਗਹਿਲੀ ਕਰਕੇ ਵਾਪਰੀ ਆ। ਸੋ ਮਾਰੀਆ ਸੇਮੋਰ ਜਿਹੜੇ ਕਿ ਉਹਨਾਂ ਦੇ ਮਾਤਾ ਨੇ ਇਸ ਬੱਚੇ ਦੇ, ਉਹਨਾਂ ਨੇ ਦੋਸ਼ ਲਾਇਆ ਵੀ ਜਿਹੜਾ ਉਹ ਸਟਾਕਟਨ ਪੁਲਿਸ ਦਾ ਜਿਹੜਾ ਇੱਕ ਅਫੀਸਰ ਆ, ਜਦੋਂ ਉਹਦੀ ਕਾਰ ਕੋਲੇ ਪਹੁੰਚਦਾ ਤਾਂ ਉਸ ਤੋਂ ਬਾਅਦ ਇਹਨੂੰ ਸਟਰਗਲ ਕਰਨੀ ਪੈਂਦੀ ਆ ਉਹਨੂੰ ਚੇਜ਼ ਕਰਨ ਦੇ ਵਿੱਚ, ਤੇ ਬਾਅਦ ਦੇ ਵਿੱਚ ਜਿਹੜੀ ਉਹਦੀ ਬੋਡੀ ਕੈਮ ਆ ਉਹਦੇ ਵਿੱਚ ਵੀ ਦੱਸਿਆ ਵੀ ਰੋਬਿਨਸਨ ਨੂੰ ਭੱਜੇ ਜਾਂਦੇ ਨੂੰ ਜਿਹੜਾ ਉਹ ਗੋਲੀ ਮਾਰ ਦਿੰਦਾ। ਸੋ ਉਸ ਤੋਂ ਬਾਅਦ ਰੋਬਿਨਸਨ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਦਾ ਇਹ ਮੰਨਣਾ ਵੀ ਉਹਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਮੌਤ ਹੋਈ ਆ। ਇਹਦੇ ਜਦੋਂ ਮੌਤ ਹੁੰਦੀ ਹੈ ਤੇ ਉਦੋਂ 17 ਰਾਉਂਡ ਜਿਹੜੇ ਨੇ ਐਕਸਟੈਂਡ ਮੈਗਜ਼ੀਨ ਦੇ ਫੁੱਲੀ ਲੋਡਡ ਦੇ ਉਹ ਉੱਥੇ ਇਕੱਠੇ ਕੀਤੇ ਜਾਂਦੇ ਆ। ਸੋ ਉਹ ਕਹਿੰਦੇ ਵੀ ਇੱਕ ਇਸ ਤਰ੍ਹਾਂ ਦੇ ਬੱਚੇ ਉੱਤੇ ਜਿਹੜਾ 20 ਸਾਲਾਂ ਦਾ ਮਸਾ ਹੈ, ਉਹਦੇ ਉੱਤੇ ਇੰਨੀ ਫਾਇਰਿੰਗ ਪੁਲਿਸ ਵੱਲੋਂ ਕਰਦੇ ਨਹੀਂ। ਉਹ ਕਹਿੰਦੇ ਵੀ ਬਹੁਤ ਜ਼ਿਆਦਾ ਖਤਰਨਾਕ ਆ। ਸੋ ਉਹਨਾਂ ਨੇ ਕਿਹਾ ਵੀ ਹੁਣ ਸਾਨੂੰ ਇਨਸਾਫ ਚਾਹੀਦਾ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਸੈਨ ਹੋਜ਼ੇ ਦੀ ਪੁਲਿਸ ਨੇ 2 ਲੋਕਾਂ ਨੂੰ ਅਰੈਸਟ ਕੀਤਾ ਹੈ ਜਿਨ੍ਹਾਂ ਨੇ ਦਰਜਨ ਤੋਂ ਵੱਧ ਜਗ੍ਹਾ ਦੇ ਉੱਤੇ ਗ੍ਰੈਫਿਟੀ ਤੇ ਵੈਂਡਲਿਜ਼ਮ ਕੀਤਾ ਸੀਗਾ। ਜੀ। ਸੋ ਇਹ ਜਦੋਂ ਤੁਸੀਂ ਦੇਖਦੇ ਆ ਕਈ ਵਾਰੀ ਹਾਈਵੇਜ਼ ਦੇ ਉੱਤੇ ਵੀ, ਬਿਲਡਿੰਗਾਂ ਦੇ ਉੱਤੇ ਵੀ ਗ੍ਰੈਫਿਟੀ ਕੀਤੀ ਹੁੰਦੀ ਆ, ਵੱਧ ਘੱਟ ਜਿਹੜਾ ਲਿਖਿਆ ਹੁੰਦਾ ਆ, ਕਿਤੇ ਉਹ ਚੰਗਾ ਨਹੀਂ ਲੱਗਦਾ ਹੈਗਾ। ਸੈਬੈਸਟੀਅਨ ਰੋਦਰੀਗਸ 23 ਸਾਲਾਂ ਦਾ ਤੇ 26 ਸਾਲਾਂ ਦਾ ਬ੍ਰੈਂਡਨ ਐਰੀਓਲਾ, ਇਹਨਾਂ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ ਸੈਨ ਹੋਜ਼ੇ ਦੀ ਪੁਲਿਸ ਵੱਲੋਂ। ਕਹਿੰਦੇ ਵੀ 100 ਤੋਂ ਵੱਧ ਇਹਨਾਂ ਨੇ ਵੈਂਡਲਿਜ਼ਮ ਕੀਤੇ ਸੀ ਸਾਊਥਵੇ ਦੇ ਕਮਰਸ਼ੀਅਲ, ਪਬਲਿਕ ਤੇ ਪ੍ਰਾਈਵੇਟ ਪ੍ਰਾਪਰਟੀਜ਼ ਦੇ ਉੱਤੇ। ਤੇ ਕਹਿੰਦੇ ਭਈ ਗਾਰਸੀਆ ਜਿਹੜਾ ਆ ਉਹ ਇੱਕ ਪਾਰਟ ਆਫ ਏ ਕ੍ਰਿਊ ਆ ਵਿਦ ਰੋਦਰੀਗਸ ਤੇ ਐਰੀਓਲਾ। ਰੋਦਰੀਗਸ ਨੂੰ ਨੇ ਘੱਟੋ ਘੱਟ ਕਹਿੰਦੇ 17 ਵੈਂਡਲਿਜ਼ਮ ਇਨਸੀਡੈਂਟਸ ਉਹਦੇ ਅਗੇਂਸਟ ਜਿਹੜੀਆਂ ਆ ਲੱਭੀਆਂ ਗਈਆਂ ਹੈਗੀਆਂ। ਐਰੀਓਲਾ ਦੇ ਕੋਲ 14 ਦੇ ਕਰੀਬ।
ਸੋ ਅਰੈਸਟ ਵਾਰੰਟ ਉਹਨਾਂ ਦੇ ਦੋਨਾਂ ਦੇ ਜਿਹੜੇ ਆ obtain ਕਰ ਲਏ ਗਏ ਸੀ ਤੇ ਉਹਨਾਂ ਤੋਂ ਬਾਅਦ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਰੋਦਰੀਗਸ ਨੂੰ ਲਾਸ ਵੈਨਿਊਸ ਦੇ ਵਿੱਚ ਅਰੈਸਟ ਕੀਤਾ ਗਿਆ ਤੇ ਕਹਿੰਦੇ ਵੀ ਬਹੁਤ ਜ਼ਿਆਦਾ ਉਹਨੂੰ ਸਪਰੇਅ ਪੇਂਟ, ਗ੍ਰੈਫਿਟੀ ਟੂਲਸ, ਫਾਇਰ ਆਰਮ ਵੀ ਉਹਦੇ ਕੋਲੋਂ ਲੱਭੇ ਹੈਗੇ ਆ। ਐਰੀਓਲਾ ਨੂੰ ਸੈਨੋਜ਼ੇ ਦੇ ਵਿੱਚ ਅਰੈਸਟ ਕੀਤਾ ਗਿਆ ਸੀ, ਜਿਹਦੇ ਕੋਲੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਪਰੇਅ ਪੇਂਟ ਤੇ ਗ੍ਰੈਫਿਟੀ ਦੇ ਟੂਲਸ ਵਗੈਰਾ ਉਹਦੇ ਘਰੋਂ ਲੱਭੇ ਹੈਗੇ ਆ। ਜੀ। ਅਗਲੀ ਜਿਹੜੀ ਖਬਰ ਆ ਬੜੀ ਮੰਦਭਾਗੀ ਖਬਰ ਆ। ਆਪਾਂ ਇਹਦੀ ਜਿਹੜੀ ਇੱਕ ਵੀਡੀਓ ਵੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਆ। ਟੈਕਸਸ ਦੇ ਵਿੱਚ ਇੱਕ ਝਗੜਾ ਹੋਇਆ ਜਿਹਦੇ ਵਿੱਚ ਭਾਰਤੀ ਮੂਲ ਦੇ ਜਿਹੜਾ 50 ਸਾਲਾ ਮੋਟਰ ਮੈਨੇਜਰ ਆ ਉਹਦੀ ਪਤਨੀ ਤੇ ਉਹਦੇ ਪੁੱਤਰ ਦੇ ਸਾਹਮਣੇ ਸਿਰ ਜਿਹੜਾ ਉਹ ਧੜ ਤੋਂ ਅਲੱਗ ਕਰ ਦਿੱਤਾ ਗਿਆ। ਪੁਲਿਸ ਨੇ ਜਿਹੜਾ ਅਪਰਾਧਿਕ ਰਿਕਾਰਡ ਵਾਲਾ ਸੀਗਾ ਇੱਕ ਬੰਦਾ ਇਸ ਮਾਮਲੇ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਤੇ ਕਤਲ ਦਾ ਦੋਸ਼ ਲਾਇਆ। ਇਹ ਜਿਹੜੀ ਘਟਨਾ ਵਾਪਰੀ ਡੈਲਸ ਦੇ ਡਾਊਨਟਾਊਨ ਸੂਟਸ ਮੋਟਲ ਦੇ ਨੇੜੇ ਵਾਪਰੀ ਆ। ਕਰਨਾਟਕ ਦਾ ਰਹਿਣ ਵਾਲਾ ਜਿਹੜਾ ਮੂਲ ਨਿਵਾਸੀ ਹੈ ਚੰਦਰ ਮੌਲੀ ਬੌਬ ਨਗਲਮਈਆ, ਉਹਦਾ ਜਿਹੜਾ ਉੱਥੇ ਕੋਈ ਯੋਰਡਾਨਿਸ ਕਬੋਜ਼ ਮਾਰਟੀਨਸ ਦੇ ਨਾਲ ਕੋਈ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਝਗੜਾ ਹੋਇਆ ਜਿਹੜੀ ਕਿ ਟੁੱਟੀ ਹੋਈ ਸੀਗੀ। ਉਸ ਤੋਂ ਬਾਅਦ ਜਿਹੜਾ 37 ਸਾਲਾ ਕੋਬਸ ਮਾਰਟੀਨਸ ਆ ਉਦੋਂ ਗੁੱਸੇ ਦੇ ਵਿੱਚ ਆ ਗਿਆ ਜਦੋਂ ਉਹ ਨਾਗਲਮਈਆ ਦੇ ਨਾਲ ਇਸ ਬਾਬਤ ਕੋਈ ਗੱਲਬਾਤ ਕਰ ਰਿਹਾ ਸੀਗਾ। ਸੀਸੀਟੀਵੀ ਫੁਟੇਜ ਵੀ ਇਸ ਮਾਮਲੇ ਦੇ ਵਿੱਚ ਰਿਲੀਜ਼ ਕੀਤੀ ਗਈ ਹੈ। ਕੋਬਸ ਮਾਰਟੀਨਸ ਇੱਕ ਚਾਕੂ ਲੈ ਕੇ ਨਾਗਲਮਈਆ ਤੇ ਹਮਲਾ ਕਰਦਾ ਨਜ਼ਰ ਆਉਂਦਾ। ਇਹ ਬਾਤ ਪੀੜਤ ਜਿਹੜਾ ਮੋਟਲ ਦਫ਼ਤਰ ਦੇ ਵੱਲ ਭੱਜਦਾ ਜਿੱਥੇ ਉਹਦੀ ਪਤਨੀ ਤੇ 18 ਸਾਲਾਂ ਦਾ ਪੁੱਤਰ ਮੌਜੂਦ ਸੀਗਾ। ਇਸ ਬੰਦੇ ਨੇ ਉਹਦਾ ਪਿੱਛਾ ਕੀਤਾ ਤੇ ਉਹਦਾ ਜਿਹੜਾ ਹਮਲਾ ਕਰਕੇ ਉਹਦਾ ਜਿਹੜਾ ਸਿਰ ਸੀ ਉਹ ਧੜ ਤੇ ਨਾਲੋਂ ਅਲੱਗ ਕਰਕੇ ਉਹਦਾ ਉਹ ਜਿਹੜਾ ਕਤਲ ਆ ਉਹ ਬੇਰਹਿਮੀ ਦੇ ਨਾਲ ਕਰ ਦਿੱਤਾ ਗਿਆ। ਕੋਬਸ ਮਾਰਟਿਨ ਦਾ ਹਿਊਸਟਨ ਦੇ ਵਿੱਚ ਪਹਿਲਾਂ ਵੀ ਜਿਹੜਾ ਕ੍ਰਿਮੀਨਲ ਬੈਕਗਰਾਉਂਡ ਰਹੀ ਆ। ਆਟੋ ਚੋਰੀ, ਹਮਲੇ ਦੇ ਲਈ ਇਹਦੀਆਂ ਗ੍ਰਿਫਤਾਰੀਆਂ ਹੋਈਆਂ ਨੇ। ਹੁਣ ਉਹਨੂੰ ਬਿਨਾਂ ਜ਼ਮਾਨਤ ਦੀ ਹਿਰਾਸਤ ਦੇ ਵਿੱਚ ਰੱਖਿਆ ਗਿਆ। ਜੇਕਰ ਉਹਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਤਾਂ ਉਸ ਨੂੰ ਪੈਰੋਲ ਤੋਂ ਬਿਨਾਂ ਉਮਰ ਕੈਦ ਜਾਂ ਫਿਰ ਮੌਤ ਦੀ ਜਿਹੜੀ ਸਜ਼ਾ ਉਹ ਹੋ ਸਕਦੀ ਆ। ਤੇ ਇਹ ਜਿਹੜਾ ਪਰਿਵਾਰ ਆ ਉਹਨੇ ਹੁਣ ਕਿਹਾ ਵੀ ਸਾਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਇਨਸਾਫ ਆ ਉਹ ਮਿਲਣਾ ਚਾਹੀਦਾ। ਅਗਲੀ ਖਬਰ ਚੱਲੀਏ, ਕਹਿੰਦੇ 70% ਚਾਂਸ ਆ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਲਾ ਨੀਨਾ ਜਿਹੜਾ ਆ ਉਹ ਅਕਤੂਬਰ ਦੇ ਮਹੀਨੇ ਵਿੱਚ ਆਊਗਾ। ਜੀ 70 ਤੋਂ 71% ਚਾਂਸ ਹੈਗੇ ਆ। ਜਿਹੜੇ ਵੈਦਰ ਪੈਟਰਨਸ ਆ ਉਹ ਇਹ ਸ਼ੋ ਹੋ ਰਹੇ ਆ ਵੀ ਕਾਫੀ ਮੀਂਹ ਵਗੈਰਾ ਵੀ ਜਿਹੜਾ ਪੈਸੀਫਿਕ ਓਸ਼ਨ ਦੇ ਥਰੂ ਇੱਧਰ ਆਊਗਾ। ਟਿਪੀਕਲੀ ਜਿਹੜਾ ਲਾ ਨੀਨਾ ਜੀਅਰ ਹੈਗਾ ਉਹ ਪੈਸੀਫਿਕ ਨਾਰਥ ਵੈਸਟ ਦੇ ਜਿਹੜਾ ਟ੍ਰੈਂਡ ਕਰਦਾ ਹੈਗਾ, ਜੀ ਜੀ। ਜਿਹਦੇ ਨਾਲ ਜ਼ਿਆਦਾ ਮੀਂਹ ਪੈਂਦਾ ਤੇ ਠੰਡ ਹੁੰਦੀ ਹੈਗੀ ਆ। ਸਾਊਥ ਵੈਸਟ ਟ੍ਰੈਂਡਸ ਦੇ ਵਿੱਚ ਜ਼ਿਆਦਾ ਜਿਹੜਾ ਆ ਡਰਾਇਰ ਤੇ ਵਾਰਮਰ ਹੁੰਦਾ ਹੈਗਾ ਆ। ਇਹ ਇੱਕ ਮੈਟੀਓਰੋਲੋਜਿਸਟ ਡਾਇਲ ਹੋਂਗ ਆ ਨੈਸ਼ਨਲ ਵੈਦਰ ਸਰਵਿਸ ਦੇ, ਉਹਨਾਂ ਨੇ ਦੱਸਿਆ ਹੈਗਾ। ਸੈਨ ਫਰਾਂਸਿਸਕੋ ਇੱਕ ਤਰ੍ਹਾਂ ਦੇ ਨਾਲ ਇਨਫਲੈਕਸ਼ਨ ਪੁਆਇੰਟ ਦੇ ਉੱਤੇ ਹੈਗਾ, ਜਿੱਥੇ ਜਿਹੜਾ ਇਹ ਵੈਦਰ ਦਾ ਜਿਹੜਾ ਫਿਨੋਮੀਨਾ ਆ ਇਹ ਕਾਫੀ ਜ਼ਿਆਦਾ ਹਿੱਟ ਕਰੂਗਾ ਮੀਂਹ ਦੇ ਨਾਲ ਤੇ ਹੋਰ ਠੰਡ ਦੇ ਨਾਲ। ਸੋ ਇਸ ਵਾਰੀ ਲੱਗਦਾ ਵੀ ਪਹਿਲੇ ਹੀ ਜਿਹੜੇ ਮੀਂਹ ਆ ਖਾਸ ਕਰਕੇ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਉਹ ਆ ਜਾਣਗੇ। ਐਲ ਨੀਨੋ ਸਦਰਨ ਆਸੀਲੇਸ਼ਨ ਟੀਮ ਜਿਹੜੀ ਆ ਉਹ ਜੋ ਨੈਸ਼ਨਲ ਓਸ਼ੀਆਨਿਕ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਦੇ ਕਲਾਈਮੇਟ ਪ੍ਰੈਡਿਕਸ਼ਨ ਸੈਂਟਰ ਦੇ ਉੱਤੇ ਕੰਮ ਕਰਦੀ ਆ। ਉਹਨਾਂ ਨੇ ਜਿਹੜਾ ਡਾਟਾ ਦਿੱਤਾ ਹੈਗਾ ਆ ਵੀ ਐਲ ਨੀਨਾ ਜਿਹੜਾ ਆਣਾ ਆ ਵੀਕ ਤਾਂ ਹੋਊਗਾ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜੇ ਬਿਗ ਸਟਾਰਮ ਉਹ ਘੱਟ ਆਣਗੇ। ਸੋ ਜਿਹੜੇ ਸਟਾਰਮ ਆ ਉਹ ਵੀ ਆ ਸਕਦੇ ਹੈਗੇ। ਜੀ ਬਿਲਕੁਲ। ਅਗਲੀ ਖਬਰ ਪ੍ਰੀਜ਼ੈਂਟਨ ਤੋਂ ਆ ਜਿੱਥੇ ਜਿਹੜਾ ਟਰਾਈ ਵੈਲੀ ਦੇ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਨੇ ਇਕੱਠਿਆਂ ਹੋ ਕੇ ਜਿਹੜਾ I-580 ਦਾ ਜਿਹੜਾ ਇੱਕ ਓਵਰਪਾਸ ਆ ਸੈਂਟਾ ਰੀਟਾ ਦੇ ਲਾਗੇ ਛਾਗੇ ਉੱਥੇ ਜਿਹੜਾ ਉਹ ਪ੍ਰੋਟੈਸਟ ਕੀਤਾ ਤੇ ਸਾਈਨ ਲਹਿਰਾਏ ਨੇ ਕਿ ਜਿਹੜਾ ਮਿਗੂਅਲ ਲੋਪੇਜ਼ ਆ ਉਹਨੂੰ ਵਾਪਸ ਲਿਆਉਣਾ ਚਾਹੀਦਾ। ਲਿਵਰਮੋਰ ਦਾ ਰਹਿਣ ਵਾਲਾ ਬੰਦਾ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਮੈਕਸੀਕੋ ਨੂੰ ਜੂਨ ਦੇ ਮਹੀਨੇ ਦੇ ਵਿੱਚ। ਲੋਪਸ ਕਹਿੰਦੇ 47 ਸਾਲ ਦਾ, ਇਹਨੂੰ ਡਿਪੋਰਟ ਕੀਤਾ ਗਿਆ 7 ਜੂਨ ਨੂੰ। ਉਦੋਂ ਆਈਸ ਏਜੰਟਸ ਨੇ ਇਹਨੂੰ ਡਿਪੋਰਟ ਕਰਤਾ ਜਦੋਂ ਕਿ ਇਹਦੀ ਜਿਹੜੀ ਜੱਜ ਨੇ ਇਸ਼ੂ ਕੀਤਾ ਸੀਗਾ ਆਰਡਰ ਵੀ ਉਹਦੀ ਡਿਪੋਰਟੇਸ਼ਨ ਨਹੀਂ ਹੋ ਸਕਦੀ ਤੇ ਕੁਝ ਘੰਟੇ ਪਹਿਲਾਂ ਹੀ ਇਹਦੀ ਜਿਹੜੀ ਆ ਡਿਪੋਰਟੇਸ਼ਨ ਉਹ ਆਈਸ ਵੱਲੋਂ ਕਰ ਦਿੱਤੀ ਗਈ। ਜਵਾਨੇ ਮੋਰਿਸਨ ਜਿਹੜਾ ਕਿ ਆਰਗੇਨਾਈਜ਼ਰ ਸੀਗਾ ਲਿਵਰਮੋਰ ਐਡਵੋਕੇਸੀ ਕਰਦਾ ਇਹ ਪਬਲਿਕ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਇਹ ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹੜੀ ਆ ਉਹ ਅਪਰੋਚ ਕਰਦੀ ਸੀ ਪ੍ਰੋਟੈਸਟਰਸ ਨੂੰ ਤੇ ਉਹਨਾਂ ਨੇ ਕਿਹਾ ਵੀ ਇਹ ਤੁਹਾਡਾ ਜਿਹੜਾ ਕੰਮ ਆ ਉਹ ਨਹੀਂ ਤੁਸੀਂ ਕਰ ਸਕਦੇ ਇੱਥੇ। ਉਹ ਕਹਿੰਦੇ ਵੀ ਬੀਇੰਗ ਅ ਲਾਇਰ ਮੈਂ ਉਹਨਾਂ ਨੂੰ ਦੱਸਿਆ ਵੀ ਜਿਹੜਾ ਓਵਰਪਾਸ ਆ ਇਹ ਪਬਲਿਕ ਫੋਰਮ ਦੇ ਲਈ ਹੈ ਤੇ ਅਸੀਂ ਇੱਥੇ ਖੜ ਕੇ ਜਿਹੜੀ ਆਪਣੀ ਗੱਲ ਆ ਉਹ ਰੱਖ ਸਕਦੇ ਹਾਂ। ਇਸ ਮਾਮਲੇ ਦੇ ਵਿੱਚ ਕਹਿੰਦੇ ਵੀ ਸਾਨੂੰ ਇਸ ਗੱਲ ਦਾ ਬੜਾ ਜਿਹੜਾ ਉਹ ਮਲਾਲ ਹੈ ਵੀ ਉਹਦੀ ਜਿਹੜੀ ਡਿਪੋਰਟੇਸ਼ਨ ਸੀ ਉਹ ਰੁਕਣ ਜਾ ਰਹੀ ਸੀ ਪਰ ਬਾਵਜੂਦ ਇਸ ਦੇ ਉਹ ਰੁਕੀ ਨਹੀਂ ਤੇ ਉਹਨੂੰ ਡਿਪੋਰਟ ਕਰ ਦਿੱਤਾ ਗਿਆ। ਲੋਪੇਸ ਜਿਹੜਾ ਉਹ ਡਿਟੇਨ ਕੀਤਾ ਗਿਆ ਸੀ ਆਈਸ ਵੱਲੋਂ ਸੈਨ ਫਰਾਂਸਿਸਕੋ ਦੇ ਵਿੱਚ ਜਦੋਂ ਉਹ ਰੂਟੀਨ ਚੈੱਕ ਇਨ ਦੇ ਲਈ ਗਿਆ ਸੀਗਾ ਤੇ ਪਿਛਲੇ 8 ਸਾਲਾਂ ਤੋਂ ਉਹ ਜਿਹੜਾ ਇਹ ਕਰਦਾ ਆ ਰਿਹਾ ਸੀਗਾ। ਉਸ ਤੋਂ ਬਾਅਦ ਕਹਿੰਦੇ ਵੀ ਉਹਨੂੰ ਰੱਖਿਆ ਗਿਆ ਤੇ ਬਾਅਦ ਦੇ ਵਿੱਚ ਉਹਨੂੰ ਮੈਕਸੀਕੋ
ਜਿਹੜਾ ਉਹ ਟਿਜੁਆਨਾ ਜਿਹੜਾ ਬਾਰਡਰ ਆ ਉੱਥੇ ਉਹਨੂੰ ਡਿਪੋਰਟ ਜਿਹੜਾ ਉਹ ਕਰ ਦਿੱਤਾ ਗਿਆ। ਅੱਜ ਵੀ ਇਸ ਦੇ ਬਾਬਤ ਆਪਾਂ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਦੱਸਿਆ ਸੀਗਾ ਵੀ ਕਿਵੇਂ ਜਿਹੜੇ ਲੋਕ ਆਈਸ ਦੀ ਕੋਈ ਤਰੀਕ ਭੁਗਤਣ ਜਾਂਦਾ ਜਾਂ ਜਿਹਨੂੰ ਕੋਈ ਪੁਰਾਣਾ ਕੋਈ ਮਾਮਲਾ ਸੀਗਾ ਉਹਦੇ ਆਧਾਰ ਦੇ ਉੱਤੇ ਉਹਨੂੰ ਡਿਟੇਨ ਕਰ ਲਿਆ ਗਿਆ। ਸੋ ਬੜੀਆਂ ਜਿਹੜੀਆਂ ਕਹਾਣੀਆਂ ਨੇ ਆਪਣੇ ਸਾਹਮਣੇ ਆ ਰਹੀਆਂ ਨੇ, ਜਿਹੜੀਆਂ ਦਰਦਨਾਕ ਵੀ ਨੇ, ਔਰ ਇਹਨਾਂ ਕਹਾਣੀਆਂ ਦੇ ਵਿੱਚ ਇਹ ਵੀ ਪਤਾ ਲੱਗਦਾ ਵੀ ਕੋਈ ਮਾੜੀ ਮੋਟੀ ਕੋਈ ਗਲਤੀ ਪਿਛੋਕੜ ਦੇ ਵਿੱਚ ਕੋਈ 20 ਸਾਲ, ਕੋਈ 25-26 ਸਾਲ, ਕੋਈ 15 ਸਾਲ ਦੀ ਕੋਈ ਕੁਛ ਵੀ ਕੋਈ ਮਾੜੀ ਮੋਟੀ ਗਲਤੀ, ਕੋਈ ਲਾਪਰਵਾਹੀ ਕਹਿ ਲਓ ਛੋਟੀ ਜੀ, ਉਹ ਕਿੰਨੀ ਖਤਰਨਾਕ ਸਾਬਿਤ ਹੋ ਸਕਦੀ ਹੈ ਤੁਹਾਡੇ ਲਈ। ਇਹ ਦੇਖ ਲਓ ਵੀ ਤੁਸੀਂ ਉਹ ਆਪਣੇ ਖਬਰਾਂ ਦੇ ਰੂਪ ਦੇ ਵਿੱਚ ਆਪਣੇ ਸਾਰਿਆਂ ਦੇ ਇਹ ਚੀਜ਼ਾਂ ਸਾਹਮਣੇ ਨੇ। ਸਟਾਕ ਮਾਰਕੀਟ ਤੇ ਕਰੰਸੀ ਦੀ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਜੀ SV 509 ਬਿੱਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ, ਸਵੇਰੇ ਵੀ ਬਹੁਤ ਡਿਸਕਸ ਕੀਤਾ ਸੀ, ਦੁਪਹਿਰੇ ਵੀ। ਜੀ ਉਹ ਆਲਰੇਡੀ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚੋਂ ਜਨੈਨੀਮਸਲੀ, ਸੈਨੇਟ ਦੇ ਵਿੱਚੋਂ 40 ਦੇ 40 ਸੈਨੇਟਰਸ ਨੇ ਹੱਕ ਦੇ ਵਿੱਚ ਵੋਟ ਪਾ ਕੇ ਪਾਸ ਕਰ ਦਿੱਤਾ ਹੈ। ਉਹ ਇਸ ਟਾਈਮ ਹੁਣ ਗਵਰਨਰ ਦੇ ਡੈਸਕ ਤੇ ਜਾ ਰਿਹਾ ਆ, ਤੇ ਬਹੁਤ ਸਾਰੇ ਸ਼ੱਕ ਕਰਦੇ ਆ ਵੀ ਕੈਲੀਫੋਰਨੀਆ ਦਾ ਗਵਰਨਰ ਇਸ ਨੂੰ ਵੀਟੋ ਕਰੂਗਾ। ਸੋ ਉਸ ਨੂੰ ਜਿਹੜਾ ਅਪਰੂਵ ਕਰਨ ਦੇ ਲਈ, ਤਾਂ ਕਿ ਉਹ ਸਾਈਨ ਕਰਦਾ ਤੇ ਬਿੱਲ ਬਣ ਜਾਏ, ਪਟੀਸ਼ਨ ਸ਼ੁਰੂ ਕੀਤੀ ਹੋਈ ਹੈਗੀ ਆ। ਆਪਾਂ ਪੰਜਾਬੀ ਟੀਡੀ USA ਦੀ ਫੇਸਬੁੱਕ, YouTube ਸਾਰੇ ਸ਼ੇਅਰ ਕੀਤੀ ਆ। ਤੇ ਸਵੇਰੇ ਵੀ ਆਪਾਂ ਸ਼ੋਅ 'ਚ ਦੱਸਿਆ ਸੀ, ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਹੈਗੇ ਆ ਵੱਖ-ਵੱਖ ਗੁਰੂ ਘਰਾਂ ਦੇ ਵਿੱਚ, ਫਰੀਮਾਉਂਟ, ਸੈਨ ਹੋਜ਼ੇ ਗੁਰਦੁਆਰਾ ਸਾਹਿਬ, ਤੇ ਬਰਾੜਸ਼ਾਹ ਗੁਰਦੁਆਰਾ ਸਾਹਿਬ, ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ, ਜੀ ਤੇ ਬੇਕਰਸਫੀਲਡ ਦੇ ਲਗਭਗ ਸਾਰੇ ਗੁਰੂ ਘਰਾਂ ਦੇ ਵਿੱਚ, ਫ੍ਰਿਜ਼ਨੋ ਦੇ ਵਿੱਚ, ਸ਼ਾਹ ਰੋਡ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਆ ਸ਼ਾਹ ਐਵਨਿਊ ਤੇ, ਇਸ ਤੋਂ ਬਿਨਾਂ ਚੈਰੀ ਰੋਡ ਤੇ ਬਹੁਤ ਗੁਰੂ ਘਰਾਂ ਦੇ ਵਿੱਚ ਸਿਗਨੇਚਰ ਹੋਣ ਜਾ ਰਹੇ ਆ ਇਸ ਪਟੀਸ਼ਨ ਜਿਹੜੀ, ਇਹਨੂੰ, ਤਾਂ ਕਿ ਗਵਰਨਰ ਸਾਈਨ ਕਰਦਾ। ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਜਿਹੜੇ ਆ ਆਪਣੇ ਪੂਰੇ ਦੇ ਪੂਰੇ ਪਰਿਵਾਰਾਂ ਦੇ ਮੈਂਬਰ ਸਾਈਨ ਕਰਨ। ਤੇ ਇੱਕ ਐਲ ਜਜ਼ੀਰਾ ਨੇ ਅੱਜ ਆਰਟੀਕਲ ਵੀ ਛਾਪਿਆ ਹੈਗਾ, ਕੈਲੀਫੋਰਨੀਆ ਬਿੱਲ ਅਗੇਂਸਟ ਫੋਰਨ ਹੇਟਸ ਔਨ ਡਾਇਸਪੋਰਾ ਸਪਲਿਟਸ ਇੰਡੀਅਨ ਅਮਰੀਕਨਸ, ਤੇ ਕਿਸ ਤਰ੍ਹਾਂ ਜਿਹੜਾ ਇਹ ਬਿੱਲ ਆ ਕਿੱਦਾਂ ਸਿੱਖਾਂ ਦੇ ਹੋਰ ਮਿਨੋਰਟੀ ਦੇ ਹੱਕ ਦੇ ਵਿੱਚ ਹੈਗਾ ਆ। ਬੜੀ ਡਿਟੇਲ ਦੇ ਵਿੱਚ ਆ, ਟਾਈਮ ਲੱਗਿਆ ਤਾਂ ਸਾਰਿਆਂ ਨੂੰ ਉਹ ਆਰਟੀਕਲ ਪੜ੍ਹਨਾ ਚਾਹੀਦਾ ਹੈਗਾ। ਕਾਫੀ ਪੋਜ਼ਿਟਿਵ ਆਰਟੀਕਲ ਜਿਹੜਾ ਲਿਖਿਆ ਗਿਆ ਹੈਗਾ। ਜੀ ਦੇਖੋ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਇੰਟਰਸਟਿੰਗ ਗੱਲ ਦੱਸ ਦਿੰਦੇ ਆ ਹਰਜੋਤ ਸਿੰਘ ਖਾਲਸਾ ਜੀ ਤੇ ਆਡੀਅנס ਨੂੰ। ਇਹ ਜਿਹੜਾ ਲਿਖਿਆ ਗਿਆ ਆਰਟੀਕਲ ਹੈ, ਇਹ ਵੀ ਇੱਕ ਉੱਭਰਦੇ ਸਿੱਖ ਨੌਜਵਾਨ ਪੱਤਰਕਾਰ ਵੱਲੋਂ ਲਿਖਿਆ ਗਿਆ। ਗਗਨਦੀਪ ਸਿੰਘ ਉਹਨਾਂ ਦੇ ਨਾਮ ਆ, ਪਹਿਲਾਂ BBC ਦੇ ਵਿੱਚ ਉਹ ਕੰਮ ਕਰਦੇ ਰਹੇ ਨੇ। ਔਰ ਦੇਖੋ ਇਹ ਚੰਗੀ ਗੱਲ ਆ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਇੱਧਰ ਆ ਕੇ ਉੱਚ ਅਦਾਰਿਆਂ ਤੋਂ ਜਿਹੜੀ ਟ੍ਰੇਨਿੰਗ ਹਾਸਲ ਕਰਦੇ ਨੇ ਤੇ ਉਸ ਤੋਂ ਬਾਅਦ ਰਿਸਰਚ ਬੇਸਡ ਜਿਹੜੀਆਂ ਸਟੋਰੀਆਂ ਤਿਆਰ ਕਰਦੇ ਨੇ। ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦਾ ਓਪੀਨੀਅਨ ਆਰਟੀਕਲ ਜਿਹੜਾ BBC ਤੇ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ, BBC ਇੰਗਲਿਸ਼ ਦੇ ਉੱਤੇ, ਉਹਨਾਂ ਦੀ ਵੈਬਸਾਈਟ ਦੇ ਉੱਤੇ। ਇਸ ਤੋਂ ਇਲਾਵਾ ਕੈਲੀਫੋਰਨੀਆ ਦੀ ਜਿਹੜੀ ਐਗਰੀਕਲਚਰ ਉਹਦੇ ਤੇ ਵੀ ਰਿਸਰਚ ਕਰ ਰਹੇ ਨੇ। ਸੋ ਹਮੇਸ਼ਾ ਹੀ ਜਿਹੜਾ ਇਹ ਆਪਣਾ ਸਾਰਿਆਂ ਦਾ ਜਿਹੜਾ ਉਹ ਇੱਕ ਮਨ ਤੋਂ ਜ਼ਰੂਰ ਹੋਣਾ ਚਾਹੀਦਾ ਵੀ ਆਪਾਂ ਆਪਣੀ ਕਮਿਊਨਿਟੀ, ਆਪਣੇ ਭਾਈਚਾਰੇ ਦੇ ਹਿੱਤਾਂ ਨੂੰ ਜਿਸ ਤਰੀਕੇ ਨਾਲ ਵੀ ਪੇਸ਼ਕਾਰੀ ਕਰ ਸਕਦੇ ਉਹਨਾਂ ਨੂੰ ਜ਼ਰੂਰ ਕਰੀਏ ਤੇ ਦੁਨੀਆ ਤੱਕ ਅਪਣਾਈਏ। ਜੀ ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਤੇ ਅੱਜ ਡਾਓ ਜੋਨ ਇੰਡਸਟਰੀਅਲ ਡਾਊਨ ਗਿਆ 0.59%, ਕਲੋਜ਼ ਹੋਇਆ 45,834.22 ਦੇ ਉੱਤੇ। S&P ਇੰਡੈਕਸ ਜਿਹੜਾ 500 ਆ ਉਹ ਡਾਊਨ ਗਿਆ 0.05%, ਕਲੋਜ਼ ਹੋਇਆ 6584.29 ਦੇ ਉੱਤੇ। ਨੈਸਡੈਕ ਡਾਊਨ ਗਿਆ 0.44% ਤੇ ਕਲੋਜ਼ ਨੈਸਡੈਕ ਗਿਆ ਅਪ 0.44% ਤੇ ਕਲੋਜ਼ ਹੋਇਆ 22,141.10 ਦੇ ਉੱਤੇ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 39 ਸੈਂਟ ਦੇ ਬਰਾਬਰ, ਇੰਡੀਆ ਦੇ 88 ਰੁਪਏ ਤੇ 27 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 284 ਰੁਪਏ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ, ਕੱਲ ਨੂੰ ਜਿਹੜਾ ਅਪਡੇਟ ਇਮੀਗ੍ਰੇਸ਼ਨ ਵਾਲਾ ਸ਼ੋਅ ਆ ਉਹਦੇ ਵਿੱਚ ਅਟਾਰਨੀ ਜੀ ਤਿਰਕੀਆਣਾ ਜੀ ਜੁੜਨਗੇ, ਪਰ ਕੱਲ ਉਹ ਕਾਲਸ ਨਹੀਂ ਲੈ ਸਕਣਗੇ। ਸੋ ਸਾਰੇ ਜਿਹੜੇ ਪ੍ਰੋਗਰਾਮ ਆ, ਜੋ ਕੁਝ ਇਮੀਗ੍ਰੇਸ਼ਨ 'ਚ ਇੰਨੀ ਤੇਜ਼ੀ ਦੇ ਨਾਲ ਅਪਡੇਟਸ ਹੋ ਰਹੀ ਹੈਗੀ ਆ, ਜੀ ਬਿਲਕੁਲ ਆਈਸ ਵਾਲੇ ਕੀ ਕਰ ਰਹੇ ਹੈਗੇ, ਉਹ ਸਾਰਾ ਕੁਝ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤਾ ਜਾਊਗਾ। ਜੀ ਸੋ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ, ਪੰਜਾਬੀ US TV US।